ਕੀ ਇਤਰਾਜ਼ ਹੋ ਗਿਆ? 4 ਦਿਨ ਹੀ ਹੋਏ ਆ, 4 ਦਿਨ ਪਹਿਲਾਂ ਹੀ ਤੁਸੀਂ ਸਹਿਮਤੀ ਦੇ ਕੇ ਆਏ ਸੀ, ਪਰ ਅੱਜ ਇਤਰਾਜ਼ ਵੀ ਜਤਾ ਰਹੇ ਹੋ। ਮੋਰਚਾ ਡਿਕਟੇਟ ਔਨ ਪਾਰਟੀ ਇਵੈਂਟਸ ਵਿਨ ਫॉर ਕੈਪਟਨ ਅਮਰਿੰਦਰ ਸਿੰਘ। ਮੋਰਚੇ ਦਾ ਹੁਕਮ ਸੀ ਜਿਹੜਾ ਕਿਸਾਨ ਜਥੇਬੰਦੀਆਂ ਦਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਲਾਹੇਵੰਦ ਸਾਬਤ ਹੈ, ਜਿਹੜਾ ਉਹ ਸਾਬਤ ਹੋ ਰਿਹਾ ਹੈ। 32 ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਜਿਹੜੇ ਆ ਪ੍ਰੋਗਰਾਮ ਉਹ ਕਰੇ, ਉਹਨੂੰ ਅਲਾਓ ਕੀਤਾ। ਇਹ ਤਾਂ ਤੁਹਾਡੇ ਨਾਲ ਵੀ ਇਹ ਗੱਲ ਉੱਥੇ ਚਰਚਾ ਹੋਈ ਹੋਣੀ ਹੈ, ਕੀ ਤੁਸੀਂ ਉਦੋਂ ਇਤਰਾਜ਼ ਕੀਤਾ ਸੀ? ਅੱਜ ਚੋਣਾਂ ਨੇੜੇ ਆ ਕੇ ਸਾਨੂੰ ਵਾੜ ਦਿੱਤਾ ਜਾਵੇ ਅੰਦਰ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੌਣੇ 5 ਸਾਲ ਹੀ ਅੰਦਰੋਂ ਨਿਕਲੇ ਹੈਗੇ, ਉਹ ਬਾਹਰ ਪ੍ਰੋਗਰਾਮ ਚਾਈ ਆਪਦੇ ਕਰਦੇ ਫਿਰਨ, ਇਹ ਤਾਂ ਜਾਇਜ਼ ਨਹੀਂ ਹੈ ਨਾ। ਤੁਸੀਂ ਇਹ ਕਹਿੰਦੇ ਹੋ ਕਿ ਉਹ ਵੀ ਨਹੀਂ ਹੋਣੇ ਚਾਹੀਦੇ? ਜੇ ਡਿਵੈਲਪਮੈਂਟ ਦੇ ਪ੍ਰੋਗਰਾਮ ਕਰਨੇ ਨੇ, ਕੋਈ ਨੀਂਹ ਪੱਥਰ ਰੱਖਣੇ ਨੇ, ਤੇ ਫਿਰ ਸਰਕਾਰੀ ਅਫਸਰ ਕਰਨ, ਬਾਊ ਕਰਨ ਜਾ ਕੇ ਉੱਥੇ ਕਾਂਗਰਸ ਝੰਡੇ ਡੰਡੇ ਕਿਉਂ ਲੱਗਦੇ ਨੇ ਜੀ? ਬਾਕੀ ਪੋਲੀਟੀਕਲ ਪਾਰਟੀਆਂ ਨੂੰ ਅਲਾਉਡ ਨਹੀਂ ਹੈਗਾ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਅਲਾਉ ਕਿਉਂ ਹੈ ਜੀ? 32 ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਤੁਸੀਂ ਗਲਤ ਕਰ ਰਹੇ ਹੋ, ਤੁਹਾਨੂੰ ਨਹੀਂ ਕਰਨੇ ਚਾਹੀਦੇ। ਅੱਛਾ, ਜੇ ਅਸੀਂ ਪ੍ਰੋਗਰਾਮ ਕਰਦੇ ਹਾਂ ਤਾਂ ਸਾਨੂੰ ਕੀ ਸਰ ਜੂਗਾ? ਠੀਕ ਹੋਣਾ ਠੀਕ ਸਮਝਦੇ ਹੋ? ਇਹਦਾ ਮਤਲਬ ਤਾਂ ਇਹ ਹੋਇਆ ਕਿ ਮਾੜੇ ਨੂੰ ਤਾਂ ਦੱਬ ਲਓ, ਕਮਜ਼ੋਰ ਨੂੰ ਤਾਂ ਦੱਬ ਲਓ, ਉਹਦਾ ਤਾਂ ਸਾਹ ਘੁੱਟ ਦਿਓ, ਤੇ ਜਿਹੜਾ ਤਗੜਾ ਹੈ ਉਹਦਾ ਕੁਝ ਕਰ ਨਾ ਸਕੋ। ਸਤਿ ਸ਼੍ਰੀ ਅਕਾਲ, ਤੁਸੀਂ ਦਾਨ ਮਿਊਟ ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾ। ਹੋਰ ਪਿਛਲੇ ਦਿਨੀ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਉਹਨਾਂ ਦੇ ਵੱਲੋਂ ਇੱਕ ਕਿਸਾਨ ਪੰਚਾਇਤ ਬੁਲਾਈ ਗਈ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀ। ਔਰ ਮਸਲਾ ਇਹ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ। ਸਵਾਲ ਪੁੱਛਣ ਦੇ ਨਾਂ 'ਤੇ ਕਈ ਵਾਰ ਝੜਪਾਂ ਹੁੰਦੀਆਂ ਨੇ, ਕਈ ਵਾਰ ਲਾਠੀ ਚਾਰਜ ਹੋ ਜਾਂਦਾ ਹੈ। ਇਸ ਨੂੰ ਰੋਕਿਆ ਕਿਵੇਂ ਜਾ ਸਕਦਾ? ਔਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਇਹ ਐਤਰਾਜ਼ ਵੀ ਸੀ ਕਿ ਪੋਲੀਟੀਕਲ ਪਾਰਟੀਆਂ ਨੇ ਬੜੀ ਕਾਹਲੀ ਕੀਤੀ ਆ, ਉਹਨਾਂ ਨੂੰ ਹਾਲੇ ਇਹ ਚੋਣ ਪ੍ਰਚਾਰ ਸ਼ੁਰੂ ਨਹੀਂ ਕਰਨਾ ਚਾਹੀਦਾ। ਇੱਥੋਂ ਤੱਕ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਇਹ ਹਾਮੀ ਭਰੀ ਸੀ ਕਿ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਕਰ ਲੈਂਦੇ ਹਾਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਵੀ ਪਾਰਟੀ ਦੇ ਵਿੱਚ ਰਾਏ ਕਰ ਲੈਂਦੇ ਹਾਂ, ਔਰ ਕਾਂਗਰਸ ਨੇ ਵੀ ਕਿਹਾ ਕਿ ਰਾਏ ਕਰਕੇ ਤੁਹਾਡੇ ਤੱਕ ਅਸੀਂ ਆਪਣੀ ਰਾਏ ਜਿਹੜੀ ਆ ਪਹੁੰਚਾ ਦਿਆਂਗੇ। 4 ਦਿਨ ਹੀ ਹੋਏ ਨੇ, ਉਹੀ ਆਮ ਆਦਮੀ ਪਾਰਟੀ ਨੇ ਉਸ 32 ਕਿਸਾਨ ਜਥੇਬੰਦੀਆਂ ਦੇ ਉਸ ਫੈਸਲੇ 'ਤੇ ਇਤਰਾਜ਼ ਜਤਾਇਆ। ਅਮਨ ਅਰੋੜਾ ਜਿਹੜੇ ਸੁਨਾਮ ਤੋਂ ਵਿਧਾਇਕ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਖੁੱਲ੍ਹੇ ਤੌਰ 'ਤੇ ਮੀਡੀਆ 'ਚ ਆਏ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਤਰਾਜ਼ ਆ ਹੁਣ ਇਸ ਫੈਸਲੇ 'ਤੇ। ਇਤਰਾਜ਼ ਕੀ ਆ ਉਹ ਸਮਝ ਲੈਂਦੇ ਆ। ਅਰੋੜਾ ਸਾਹਿਬ ਮੇਰੇ ਨਾਲ ਨੇ। ਅਰੋੜਾ ਸਾਹਿਬ, ਕੀ ਇਤਰਾਜ਼ ਹੋ ਗਿਆ? 4 ਦਿਨ ਹੀ ਹੋਏ ਆ, 4 ਦਿਨ ਪਹਿਲਾਂ ਹੀ ਤੁਸੀਂ ਸਹਿਮਤੀ ਦੇ ਕੇ ਆਏ ਸੀ ਕਿ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਨਾਲ ਰਾਜ਼ੀ ਹਾਂ, ਪਰ ਅੱਜ ਇਤਰਾਜ਼ ਵੀ ਜਤਾ ਰਹੇ ਹੋ। ਦੇਖੋ, ਇਸ ਤਰ੍ਹਾਂ ਹੈ ਕਿ ਇਤਰਾਜ਼ ਨਾ ਕੋਈ ਉਸ ਦਿਨ ਸੀਗਾ ਤੇ ਨਾ ਅੱਜ ਹੈ। ਉਸ ਦਿਨ ਵੀ ਮੈਂ ਇਹੀ ਗੱਲ ਰੱਖੀ ਸੀਗੀ ਕਿ ਜੋ ਤੁਹਾਡਾ ਹੁਕਮ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੈ। ਤੁਸੀਂ ਕਹਿੰਦੇ ਹੋ ਨਹੀਂ ਪ੍ਰੋਗਰਾਮ ਕਰਦੇ ਤਾਂ ਨਹੀਂ ਕਰਦੇ, ਪਰ ਇੰਨਾ ਜ਼ਰੂਰ ਕੀਤਾ ਜਾਵੇ ਕਿ ਅਸੀਂ ਪੋਲੀਟੀਕਲ ਪਾਰਟੀਆਂ ਜਿਹੜੀਆਂ 2022 ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਹਾਂ, ਤੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ, ਉਹਨਾਂ ਨੂੰ ਇੱਕ ਸਿੰਗਲ ਲੈਵਲ ਪਲੇਟਫਾਰਮ ਦੇ ਉੱਪਰ ਉਹ ਟਰੀਟ ਹੈ ਕੀਤਾ ਜਾਵੇ। ਇਹ ਨਹੀਂ ਹੋਣਾ ਚਾਹੀਦਾ ਹੈਗਾ ਕਿ ਸਾਨੂੰ ਰੋਕ ਦਿੱਤਾ ਜਾਵੇ ਕਿ ਪੋਲੀਟੀਕਲ ਪਾਰਟੀਆਂ ਦੀ ਐਕਟੀਵਿਟੀ ਨਹੀਂ ਕਰ ਸਕਦੀਆਂ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਪਿਛਲੇ ਪੌਣੇ 5 ਸਾਲਾਂ ਤੋਂ ਆਪਦੇ ਸ਼ਾਹੀ ਇਕਾਂਤਵਾਸ ਦੇ ਵਿੱਚ ਅੰਦਰ ਬੜੇ ਬੈਠੇ ਨੇ, ਉਹਨਾਂ ਨੂੰ ਪੰਜਾਬ ਸਰਕਾਰ ਦੀ ਅੰਬਰੇਲਾ ਦੇ ਹੇਠ ਉਹਨਾਂ ਨੂੰ ਅਲਾਓ ਕਰ ਦਿੱਤਾ ਜਾਵੇ। ਤੇ ਇਹ ਉਸ ਦਿਨ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਉਸ ਦਿਨ ਹੀ ਪੇਪਰ ਦੇ ਵਿੱਚ ਆਇਆ ਸੀਗਾ ਕਿ 13 ਤਰੀਕ ਤੋਂ ਕੈਪਟਨ ਅਮਰਿੰਦਰ ਸਿੰਘ ਆਪਦਾ ਵੋਟਰ ਆਊਟਰੀਚ ਪ੍ਰੋਗਰਾਮ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ 2 ਪ੍ਰੋਗਰਾਮ ਨੇ ਜਿਹੜੇ ਉਹ ਕਰ ਦਿੱਤੇ। ਵੋਟਰ ਆਊਟਰੀਚ ਪ੍ਰੋਗਰਾਮ ਦੇ ਤਹਿਤ ਉਹ ਹੁਸ਼ਿਆਰਪੁਰ ਔਰ ਨਵਾਂ ਸ਼ਹਿਰ ਗਏ ਨੇ। ਜਿਹੜੇ ਕੈਪਟਨ ਸਾਹਿਬ ਹਜੇ ਤੱਕ ਨਹੀਂ ਬਾਹਰ ਨਿਕਲੇ ਹੈਗੇ, ਉਹ ਅੱਜ ਬਾਹਰ ਨਿਕਲੇ। ਤੇ ਆਹ ਇੱਕ ਟ੍ਰਿਬਿਊਨ ਦੀ ਇੱਕ ਹੋਰ ਖਬਰ ਹੈ ਜਿਹੜੀ ਕਿ ਕਹਿੰਦੀ ਹੈ ਮੋਰਚਾ ਡਿਕਟੇਟ ਔਨ ਪਾਰਟੀ ਇਵੈਂਟਸ ਵਿਨ ਫॉर ਕੈਪਟਨ ਅਮਰਿੰਦਰ ਸਿੰਘ। ਕਿ ਮੋਰਚੇ ਦਾ ਹੁਕਮ ਸੀ ਜਿਹੜਾ ਕਿਸਾਨ ਜਥੇਬੰਦੀਆਂ ਦਾ, ਉਹ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਲਾਹੇਵੰਦ ਸਾਬਤ ਹੈ, ਜਿਹੜਾ ਉਹ ਸਾਬਤ ਹੋ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪੌਣੇ 5 ਸਾਲ ਪੰਜਾਬ ਦੀ ਗੱਲ ਨਹੀਂ ਕੀਤੀ ਹੈਗੀ, ਹੁਣ 2022 ਦੀਆਂ ਗੱਲਾਂ ਕਰਨਗੇ, ਸਰਕਾਰ ਬਣਾਉਣ ਦੀਆਂ ਕਾਂਗਰਸ ਦੀਆਂ ਗੱਲਾਂ ਕਰਨਗੇ। ਸੋ ਇਹ ਸਾਨੂੰ ਓਬਜੈਕਸ਼ਨ ਹੈ। ਇਸੇ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਕਿ ਤੁਸੀਂ ਆਪਦੇ ਇਸ ਫੈਸਲੇ ਨੂੰ ਰਿਵਿਊ ਕਰੋ, ਜਾਂ ਤਾਂ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਵੀ ਅਲਾਓ ਕਰੋ, ਤੇ ਨਹੀਂ ਪੰਜਾਬ ਸਰਕਾਰ ਨੂੰ ਵੀ ਰੋਕਿਆ ਜਾਵੇ ਕਿ ਭਾਈ ਤੁਸੀਂ ਵੀ ਇਹੋ ਜਿਹੇ ਪ੍ਰੋਗਰਾਮ ਨਹੀਂ ਕਰਨੇ ਹੈਗੇ। ਉਸ ਦਿਨ ਜਦੋਂ ਤੁਸੀਂ ਉਸ ਮੀਟਿੰਗ ਦੇ ਵਿੱਚ ਸੀ, ਤੁਸੀਂ ਦੱਸ ਰਹੇ ਸੀ ਕਿ 22-25 ਮਿੰਟ ਦੀ ਉਹ ਵਾਰਤਾ ਸੀ, ਔਰ ਤੁਸੀਂ ਰਿਪਰੈਜ਼ੈਂਟ ਕੀਤਾ 17-18 ਮਿੰਟ। ਕੀ ਇਹਨਾਂ 17-18 ਮਿੰਟ ਦੇ ਵਿੱਚ ਤੁਸੀਂ ਉਦੋਂ ਸਾਹਮਣੇ ਬੈਠਿਆਂ ਇਹ ਗੱਲ ਕਹੀ ਸੀ ਕਿ ਦੇਖੋ ਜੀ, ਜੇ ਪੰਜਾਬ ਸਰਕਾਰ ਦੇ ਨਾਂ 'ਤੇ, ਕਿਉਂਕਿ 32 ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਜਿਹੜੇ ਆ ਪ੍ਰੋਗਰਾਮ ਉਹ ਕਰੇ, ਉਹਨੂੰ ਅਲਾਓ ਕੀਤਾ, ਇਹ ਤਾਂ
ਤੁਹਾਡੇ ਨਾਲ ਵੀ ਇਹ ਗੱਲ ਉੱਥੇ ਚਰਚਾ ਹੋਈ ਹੋਣੀ ਆ, ਕੀ ਤੁਸੀਂ ਉਦੋਂ ਇਤਰਾਜ਼ ਕੀਤਾ ਸੀ ਕਿ ਨਹੀਂ ਜੀ ਪੰਜਾਬ ਸਰਕਾਰ ਦੇ ਪ੍ਰੋਗਰਾਮ ਵੀ ਨਹੀਂ ਹੋਣੇ ਚਾਹੀਦੇ? ਤੁਸੀਂ ਇਹ ਮੈਨੂੰ ਤਾਂ ਛੱਡੋ, ਤੁਸੀਂ ਜਿੰਨੀਆਂ ਜਥੇਬੰਦੀਆਂ ਦੇ ਉਸ ਦਿਨ ਸਤਿਕਾਰਯੋਗ ਲੀਡਰ ਸਾਹਿਬਾਨ ਸੀਗੇ, ਤੁਸੀਂ ਉਹਨਾਂ ਨੂੰ ਜਾ ਕੇ ਇਹ ਪੁੱਛੋ ਕਿ ਕੀ ਆਮ ਆਦਮੀ ਪਾਰਟੀ ਨੇ, ਅਮਨ ਅਰੋੜਾ ਨੇ ਗੱਲ ਕਹੀ ਸੀ ਕਿ ਨਹੀਂ ਕਹੀ ਸੀਗੀ। ਉਹਨਾਂ ਨੇ ਆਪਦੇ ਮਿੰਟਸ ਦੇ ਵਿੱਚ ਵੀ ਰਿਕਾਰਡ ਸ਼ਾਇਦ ਕੀਤੀ ਹੋਵੇ। ਮੇਰਾ ਉਦੋਂ ਵੀ ਇਨ ਬਿਨ ਜੋ ਮੈਂ ਅੱਜ ਕਹਿ ਰਿਹਾ ਉਹੀ ਅੰਦਰ ਮੀਟਿੰਗ ਦੇ ਵਿੱਚ ਕਹਿ ਕੇ ਆਇਆ ਸੀਗਾ, ਉਹੀ ਬਾਹਰ ਮੀਡੀਆ ਦੇ ਵਿੱਚ ਆ ਕੇ ਬੇਨਤੀ ਕੀਤੀ ਸੀਗੀ, ਤੇ ਉਸੇ ਗੱਲ ਜੋ ਮੈਂ ਕਹੀ ਸੀਗੀ ਜਦੋਂ ਉਹੀ ਚੀਜ਼ ਹੋ ਜਾਂਦੀ ਹੈ, ਉਹੀ ਮੇਰਾ ਖਦਸ਼ਾ ਸੱਚਾ ਹੋ ਜਾਂਦਾ ਹੈ, ਤੇ ਉਹੀ ਗੱਲ ਅੱਜ ਤੁਹਾਡੇ ਜ਼ਰੀਏ ਫਿਰ ਜਥੇਬੰਦੀਆਂ ਦੇ ਚਰਨਾਂ ਦੇ ਵਿੱਚ ਰੱਖ ਰਿਹਾ ਕਿ ਰਿਵਿਊ ਕਰੋ। ਇਹ ਜਾਇਜ਼ ਨਹੀਂ ਹੈ, ਇਹ ਗੱਲ ਗਲਤ ਹੈ ਕਿ ਅਸੀਂ ਪੌਣੇ 5 ਸਾਲ ਜਿਹੜੇ ਸਰਕਾਰ ਨੂੰ ਕਿਸਾਨੀ ਦੇ ਮੁੱਦੇ ਤੇ, ਜਵਾਨੀ ਦੇ ਮੁੱਦੇ ਤੇ ਅਸੀਂ ਸਰਕਾਰ ਨੂੰ ਹਲੂਣਾ ਦਿੰਦੇ ਰਹੇ ਹਾਂ। ਅੱਜ ਚੋਣਾਂ ਨੇੜੇ ਆ ਕੇ ਸਾਨੂੰ ਵਾੜ ਦਿੱਤਾ ਜਾਵੇ ਅੰਦਰ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪੌਣੇ 5 ਸਾਲ ਹੀ ਅੰਦਰੋਂ ਨਿਕਲੇ ਹੈਗੇ, ਉਹ ਬਾਹਰ ਪ੍ਰੋਗਰਾਮ ਚਾਈ ਆਪਦੇ ਕਰਦੇ ਫਿਰਨ। ਇਹ ਤਾਂ ਜਾਇਜ਼ ਨਹੀਂ ਹੈ ਨਾ। ਅਰੋੜਾ ਸਾਹਿਬ, ਤੁਸੀਂ ਕਹਿੰਦੇ ਹੋ ਕਿ ਸਰਕਾਰੀ ਸਮਾਗਮ ਵੀ ਰੁਕਣੇ ਚਾਹੀਦੇ ਆ, ਪਰ ਸਰਕਾਰੀ ਸਮਾਗਮਾਂ ਦੇ ਵਿੱਚ ਤੁਸੀਂ ਭਾਵੇਂ ਉਹਨਾਂ ਨੂੰ ਇਸ ਗੱਲ ਤੇ ਤੁਹਾਡਾ ਇਤਰਾਜ਼ ਰਹੂਗਾ ਕਿ ਮੈਂ ਇਹ ਸ਼ਬਦ ਕਿਉਂ ਯੂਜ਼ ਕਰ ਰਿਹਾ, ਇਹਦੇ ਵਿੱਚ ਤਾਂ ਡਿਵੈਲਪਮੈਂਟ ਦੇ ਪ੍ਰੋਗਰਾਮ ਵੀ ਹੋਣਗੇ ਨਾ, ਕਈ ਥਾਵਾਂ ਤੇ ਨੀਂਹ ਪੱਥਰ ਰੱਖਣੇ ਹੋਣਗੇ, ਕਈ ਥਾਵਾਂ ਤੇ ਕੋਈ ਹੋਰ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਹੋਣਗੇ ਉਹਨਾਂ ਨੂੰ ਲਾਗੂ ਕਰਨਾ ਹੋਊ ਜਾਂ ਉਹਨਾਂ ਨੂੰ ਜਾਰੀ ਕਰਨਾ ਹੋਊਗਾ, ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਹੋ ਸਕਦੇ ਆ। ਤੁਸੀਂ ਇਹ ਕਹਿੰਦੇ ਹੋ ਕਿ ਉਹ ਵੀ ਨਹੀਂ ਹੋਣੇ ਚਾਹੀਦੇ, ਸਰਕਾਰੀ ਸਮਾਗਮ ਵੀ ਰੁਕ ਜਾਣੇ ਚਾਹੀਦੇ? ਤੁਸੀਂ ਮੇਰੀ ਗੱਲ ਨੂੰ ਗਲਤ ਐਨਾਲਾਈਜ਼ ਕਰ ਰਹੇ ਹੋ। ਉਹ ਇਸ ਕਰਕੇ ਗਲਤ ਕਰ ਰਹੇ ਹੋ ਕਿ ਮੈਂ ਕਹਿਣਾ ਕਿ ਡਿਵੈਲਪਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਸਿਰਫ 3 ਮਹੀਨੇ ਨਹੀਂ, ਪੌਣੇ 5 ਸਾਲ ਹੀ ਹੋਣੀ ਚਾਹੀਦੀ ਸੀਗੀ, ਨੰਬਰ 1। ਨੰਬਰ 2, ਅੱਜ ਤੱਕ ਚਲੋ ਹੋਰ ਬਾਕੀ ਗੱਲਾਂ ਛੱਡੋ, ਪੌਣੇ 5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿੰਨੀ ਵਾਰੀ ਪੰਜਾਬ ਦੇ ਵਿੱਚ ਵਿਜ਼ਿਟ ਕੀਤਾ ਉਹਨਾਂ ਨੇ, ਉਨੇ ਪ੍ਰੋਗਰਾਮ ਕਰ ਲਓ, ਉਸ ਤੋਂ ਮਗਰੋਂ ਰੋਕ ਦਿਓ। ਐਂ ਕਰ ਲਓ, ਬੜਾ ਸੌਖਾ ਕੰਮ ਹੈ। ਅੱਜ ਤੱਕ ਤਾਂ ਨਿਕਲੇ ਨਹੀਂ ਹੈਗੇ, ਤੇ ਹੁਣ ਪ੍ਰੋਗਰਾਮ ਕਰਦੇ ਫਿਰਦੇ ਨੇ। ਜੇ ਡਿਵੈਲਪਮੈਂਟ ਦੇ ਪ੍ਰੋਗਰਾਮ ਕਰਨੇ ਨੇ, ਕੋਈ ਨੀਂਹ ਪੱਥਰ ਰੱਖਣੇ ਨੇ, ਤੇ ਫਿਰ ਸਰਕਾਰੀ ਅਫਸਰ ਕਰਨ, ਬਾਊ ਕਰਨ ਜਾ ਕੇ। ਉੱਥੇ ਕਾਂਗਰਸ ਝੰਡੇ ਡੰਡੇ ਕਿਉਂ ਲੱਗਦੇ ਨੇ ਜੀ? ਉੱਥੇ ਕਾਂਗਰਸ ਪਾਰਟੀ ਦੇ ਐਮਐਲਏ ਕੀ ਕਰਦੇ ਹੁੰਦੇ ਨੇ? ਸਰਕਾਰ ਦਾ ਪੈਸਾ ਹੈ, ਸਰਕਾਰ ਦਾ ਨਹੀਂ, ਲੋਕਾਂ ਦਾ ਪੈਸਾ ਹੈ। ਤੇ ਲੋਕਾਂ ਦਾ ਪੈਸਾ ਜੇ ਲੋਕਾਂ ਦੇ ਵਿੱਚ ਜਾ ਰਿਹਾ ਹੈ, ਤੇ ਮਾਲਕਾਂ ਦਾ ਤੇ ਮਸ਼ਹੂਰੀ ਆਪਦੀ, ਉਹ ਤਾਂ ਕੈਪਟਨ ਮਾਲਕ ਤਾਂ ਹੈਗਾ, ਪੈਸਾ ਤਾਂ ਹੈਗਾ ਲੋਕਾਂ ਦਾ, ਠੀਕ ਹੈ ਨਾ, ਉਹਨਾਂ ਦੀ ਕੰਮ ਹੋਣੇ ਨੇ, ਤੇ ਮਸ਼ਹੂਰੀ ਆਪਦੇ ਕਰਦੇ ਫਿਰਦੇ ਨੇ। ਇਹ ਚੀਜ਼ ਜਸਟੀਫਾਈਡ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਸਿਰਫ ਔਰ ਸਿਰਫ ਇੰਨਾ ਹੈ ਕਿ ਇਸ ਇੱਕ ਗੱਲ ਦੇ ਨਾਲ ਕਾਂਗਰਸ ਪਾਰਟੀ ਨੂੰ ਸਿੱਧਾ ਫਾਇਦਾ ਹੋ ਰਿਹਾ, ਜਿਹੜਾ ਕਿ ਕਿਸੇ ਦੇ ਵੀ ਗਲੇ ਅੱਜ ਨਹੀਂ ਉਤਰ ਰਿਹਾ ਹੈਗਾ। ਅਰੋੜਾ ਸਾਹਿਬ, ਦੇਖੋ, ਸਰਕਾਰ ਨੇ ਆਪਣੇ ਸਮਾਗਮ ਕੀਤੇ, ਸਰਕਾਰ ਕੋਲੇ ਵੀ ਅਕਸਰ ਤਾਕਤ ਹੈਗੀ ਆ, ਸਰਕਾਰ ਆਪਣੀ ਤਾਕਤ ਨੂੰ ਵਰਤ ਕੇ ਆਪਣੇ ਪ੍ਰੋਗਰਾਮ ਕਰ ਰਹੀ ਹੈ, ਤਾਂ ਓਬਵੀਅਸ ਜੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਤਾਂ ਉਹ ਜਾਣਗੇ, ਔਰ ਪੋਲੀਟੀਕਲ ਪਾਰਟੀ ਦਾ ਚਿਹਰਾ ਵੀ ਆ। ਹੁਣ ਇਹਨਾਂ ਪ੍ਰੋਗਰਾਮਾਂ ਨੂੰ ਜੇਕਰ ਉਹ ਕੰਟੀਨਿਊ ਹੀ ਰੱਖਦੇ ਨੇ, ਫਿਰ ਤੁਹਾਡਾ ਸਟੈਂਡ ਕੀ ਹੋਊਗਾ? ਕਿਉਂਕਿ ਜਿਹੜਾ ਮੋਰਚਾ ਹੈ ਜਾਂ 32 ਕਿਸਾਨ ਜਥੇਬੰਦੀਆਂ, ਉਹ ਇਹ ਕਹਿ ਚੁੱਕੇ ਨੇ ਕਿ ਜੇਕਰ ਕਾਂਗਰਸ ਅੱਜ ਆਪਣੇ ਪ੍ਰੋਗਰਾਮ ਉਲੀਕ ਰਹੀ ਆ ਤਾਂ ਉਹ ਕਿਸਾਨ ਦੋਖੀ ਨੇ, ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ 'ਤੇ ਕੋਈ ਐਕਸ਼ਨ ਵੀ ਲੈ ਸਕਦੇ ਹਾਂ। ਇਹਦੇ ਨਾਲ ਸਾਰੋਕਾਰ ਰੱਖਦੇ ਹਾਂ। ਜਦੋਂ ਕੋਈ ਐਕਸ਼ਨ ਲਿਆ ਜਾਊਗਾ ਅਸੀਂ ਉਹਦਾ ਵੈਲਕਮ ਕਰਾਂਗੇ। ਇਕੱਲਾ ਇੰਨਾ ਕਹਿ ਕੇ ਚਲੋ ਇਹ ਉਹਨਾਂ ਦੀ ਆਪਦੀ ਇੱਛਾ ਹੋ ਸਕਦੀ, ਆਪਦੀ ਮਰਜ਼ੀ ਹੋ ਸਕਦੀ, ਮੈਂ ਉਹਦੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਹੈਗਾ। ਵੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਨੇ ਜੇ, ਉਹ ਤਾਂ ਸਿਰਫ ਆਪਾਂ ਦੋਖੀ ਕਹਿਤਾ। ਤੇ ਇਸ ਤੋਂ ਪਹਿਲਾਂ ਇਹ ਪ੍ਰੋਗਰਾਮਾਂ ਕਿਸਾਨ ਜਥੇਬੰਦੀਆਂ ਨੂੰ, ਸਾਨੂੰ ਲੋਕਾਂ ਨੂੰ ਬੁਲਾਉਣ ਦੀ ਲੋੜ ਕਿਉਂ ਪਈ ਸੀਗੀ? ਉਹ ਇਸ ਕਰਕੇ ਪਈ ਸੀਗੀ ਕਿ ਮੋਗੇ ਦੇ ਵਿੱਚ ਇੱਕ ਅਣਸਖਾਵੀ ਘਟਨਾ ਜਿਹੜੀ ਉਹ ਹੋਈ, ਸੈਂਕੜੇ ਕਿਸਾਨਾਂ ਦੇ ਸਿਰ ਫਟੇ, ਉੱਥੇ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਵੱਜੀਆਂ, ਉਹਨਾਂ 'ਤੇ ਲਾਠੀ ਚਾਰਜ ਜਿਹੜਾ ਉਹ ਹੋਇਆ। ਜੇ ਕੋਈ ਹੋਰ ਪੋਲੀਟੀਕਲ ਪਾਰਟੀ ਪ੍ਰੋਗਰਾਮ ਕਰੇ ਤੇ ਉੱਥੇ ਇਹੋ ਜਿਹਾ ਮਾਹੌਲ ਬਣੇ, ਤੇ ਕਾਂਗਰਸ ਦੇ ਪ੍ਰੋਗਰਾਮ ਨੂੰ ਸਿਰਫ ਆਪਾਂ ਇੰਨਾ ਕਹਿ ਕੇ ਵੀ ਇਹ ਦੁਖੀ ਨਹੀਂ, ਜਾਂ ਤਾਂ ਇਹ ਕਹਿਣ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੀ ਅਪੀਲ ਬੇਨਤੀ ਵੀ ਨਹੀਂ ਮੰਨੀ ਹੈਗੀ, ਤੇ ਇਸ ਕਰਕੇ ਕੋਈ ਪੰਜਾਬ ਦਾ ਕਿਸਾਨ ਵੀਰ ਹੈ ਜਿਹੜਾ ਉਹ ਕਾਂਗਰਸ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ 2022 ਦੇ ਵਿੱਚ ਵੋਟ ਨਾ ਪਾਵੇ, ਜਾਂ ਤਾਂ ਇਹ ਫੈਸਲਾ ਸੁਣਾਇਆ ਜਾਵੇ। ਦੋਖੀ ਸ਼ਬਦ, ਜੇ ਮੋਰਚੇ ਦੇ ਵੱਲੋਂ ਦੋਖੀ ਸ਼ਬਦ ਕਹਿਣਾ ਛੋਟਾ ਮੰਨਦੇ ਹੋ? ਨਹੀਂ, ਮੈਂ ਛੋਟੇ ਵੱਡੇ ਦੀ ਗੱਲ ਨਹੀਂ ਕਰ ਰਿਹਾ ਹੈਗਾ। ਮੈਂ ਇਹ ਕਹਿ ਰਿਹਾ ਹਾਂ ਕਿ ਜਦੋਂ ਸਾਨੂੰ ਜੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਅਲਾਉਡ ਨਹੀਂ ਹੈਗਾ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਅਲਾਉ ਕਿਉਂ ਹੈ ਜੀ? ਹੈ ਤਾਂ ਉਹ ਕੈਪਟਨ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਨਾ। ਉਹ ਤਾਂ ਅਲਾਉ ਤਾਂ ਨਹੀਂ ਨਾ ਕਰ ਰਹੇ, ਉਹਨਾਂ ਨੇ ਅਲਾਉ ਨਹੀਂ ਕੀਤਾ, ਉਹ ਜ਼ਬਰਦਸਤੀ ਕਰ ਰਹੇ ਨੇ। ਇਹ ਤਾਂ ਮੋਰਚਾ ਵੀ ਕਹਿ ਰਿਹਾ ਨਾ, ਅਲਾਉ ਕਰਨਾ ਕਿ ਠੀਕ ਹੈ ਤੁਸੀਂ ਕਰ ਲਓ ਜੀ, ਇਹਨਾਂ ਨੂੰ ਰੋਕਦੇ ਆ, ਅਲਾਉ ਉਹ ਹੈ। ਪਰ ਉਹ ਆਪਣੇ ਤਰੀਕੇ ਦੇ ਨਾਲ ਪ੍ਰੋਗਰਾਮ ਉਹ ਜਿਹੜੇ ਨੇ ਰੱਖ ਰਹੇ ਨੇ, ਔਰ ਆਪਣੇ ਤਰੀਕੇ ਦੇ ਨਾਲ ਕਰ ਰਹੇ ਨੇ। ਔਰ 32 ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਤੁਸੀਂ ਗਲਤ ਕਰ ਰਹੇ ਹੋ, ਤੁਹਾਨੂੰ ਨਹੀਂ ਕਰਨੇ ਚਾਹੀਦੇ। ਫਿਰ ਇਹਨੂੰ ਅਲਾਉ ਤਾਂ ਨਾ ਕਹਿ ਸਕਦੇ। ਅਸੀਂ ਉਹਨਾਂ ਨੇ ਰੋਕਿਆ, ਇਹ ਰੋਕੇ ਨਹੀਂ ਹੈਗੇ।
ਤੇ ਇਹ ਕਹਿਤਾ ਵੀ ਜੋ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ। ਤੇ ਸਾਨੂੰ ਅਸੀਂ ਜਿਹੜੇ ਉਸ ਦਿਨ ਹੱਥ ਜੋੜ ਕੇ ਸਿਰ ਝੁਕਾ ਕੇ ਬੈਠੇ ਸੀਗੇ, ਸਾਨੂੰ ਕਹਿੰਦੇ ਵੀ ਤੁਸੀਂ ਜਾਣਾ ਨਹੀਂ ਹੈਗਾ। ਤੁਹਾਨੂੰ ਫਿਰ ਠੀਕ ਵੀ ਮੰਨਦੇ ਨੇ ਨਾ ਕਿ ਠੀਕ ਆ ਆਮ ਆਦਮੀ ਪਾਰਟੀ ਠੀਕ ਮੰਨਦੇ ਨੇ? ਅੱਛਾ ਇੱਕ ਮਿੰਟ, ਠੀਕ ਮੰਨ ਕੇ ਘਰੇ ਬੈਠੇ ਰਹੇ ਤੇ ਨਿਬੜ ਜੂ ਬਾਈ ਜੀ ਕੰਮ ਸਾਡਾ। ਫਿਰ ਤੁਸੀਂ ਤੁਹਾਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਉਹ ਕਿਉਂ ਕਰ ਰਹੇ ਨੇ, ਜਾਂ ਇਤਰਾਜ਼ ਇਸ ਗੱਲ ਦਾ ਹੈ ਕਿ ਸਾਨੂੰ ਵੀ ਕਰਨ ਦਿਓ ਜਾਂ ਅਸੀਂ ਵੀ ਲੇਟ ਹੋ? ਗੱਲ ਦੋਵਾਂ ਦੀ ਗੱਲ ਹੀ ਇੱਕ ਹੈ, ਉਹ ਗੱਲਾਂ ਦੋ ਨਹੀਂ ਨਾ ਹੈਗੀਆਂ, ਗੱਲ ਹੀ ਇੱਕ ਹੈ। ਮੈਂ ਤਾਂ ਕਹਿੰਦਾ ਵੀ ਜਾਂ ਉਹਨਾਂ ਨੂੰ ਵੀ ਰੋਕਿਆ ਜਾਵੇ ਪੰਜਾਬ ਸਰਕਾਰ ਨੂੰ, ਤੇ ਜਾਂ ਸਾਨੂੰ ਵੀ ਨਾਲ ਅਲਾਓ ਕੀਤਾ ਜਾਵੇ। ਜਿਹੜੀਆਂ ਪੋਲੀਟੀਕਲ ਪਾਰਟੀਆਂ 22 ਦੇ ਵਿੱਚ ਸਰਕਾਰ ਬਣਾਉਣ ਦੀ ਮਨਸ਼ਾ ਰੱਖਦੀਆਂ ਨੇ, ਜਾਂ ਜਿਹੜੀ ਸਰਕਾਰ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਕਿ ਘਰ ਘਰ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਾਂਗੇ, ਉਹਨਾਂ ਨੂੰ ਵੀ ਰੋਕਿਆ ਜਾਵੇ ਜਾਂ ਸਾਨੂੰ ਵੀ ਅਲਾਓ ਕੀਤਾ ਜਾਵੇ। ਲੋਕ ਤਾਂ ਕਿਸਾਨ ਤਾਂ ਵੇਟ ਕਰੀ ਜਾਂਦੇ ਨੇ ਕਿ ਉਧਰੋਂ ਵਿਹਲੇ ਹੋਈਏ ਕੈਪਟਨ ਅਮਰਿੰਦਰ ਸਿੰਘ ਦੇ ਰੈਲੀਆਂ ਜਾ ਕੇ ਪੁੱਛਾਂਗੇ ਭਾਈ ਤੂੰ ਸਾਡਾ ਕਰਜ਼ਾ ਨਹੀਂ ਮਾਫ ਕੀਤਾ, ਤੇ ਉਹ ਤਾਂ ਪੁੱਛਣਾ ਕੀ ਸੀਗਾ, ਉਹਨਾਂ ਨੂੰ ਪਰਮਿਸ਼ਨ ਮਿਲ ਗਈ ਤੇ ਸਾਡੇ ਵਰਗੇ ਨੂੰ ਅੰਦਰ ਵਾੜਤਾ। ਇਹ ਤਾਂ ਜਾਇਜ਼ ਨਹੀਂ ਹੈ ਨਾ। ਪਰਮਿਸ਼ਨ ਚਲੋ ਮੈਂ ਆਖਰ ਤੇ ਲੈ ਕੇ ਜਾਣਾ ਕਿਉਂਕਿ ਕਾਫੀ ਸਮਾਂ ਹੋ ਗਿਆ। ਪਰਮਿਸ਼ਨ ਸ਼ਬਦ ਕਿਉਂ ਯੂਜ਼ ਕਰ ਰਹੇ ਹੋ ਤੁਸੀਂ? ਪਰਮਿਸ਼ਨ ਸ਼ਬਦ ਇਹ ਹੋਊਗਾ ਨਾ ਵੀ ਤੁਸੀਂ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਲਾਓ ਤੇ ਪਰਮਿਸ਼ਨ ਕੋਈ ਫਰਕ ਨਹੀਂ ਜ਼ਿਆਦਾ, ਕਿ ਤੁਸੀਂ ਕਰੋ ਜੀ ਇਹਨਾਂ ਨੂੰ ਰੋਕ ਦਿੰਦੇ ਆ। ਮੋਰਚਾ ਇਹਦੇ ਤੇ ਮੋਰਚਾ ਨਹੀਂ, 32 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਇਤਰਾਜ਼ ਕਰ ਰਹੀਆਂ ਨੇ। ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਫਾਇਦਾ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਦੇਖੋ ਜੀ ਸਾਡੇ ਨਾਲ ਕਾਂਗਰਸ ਨੇ ਬਹੁਤ ਗਲਤ ਕੀਤਾ, ਸਾਡਾ ਕਿਹਾ ਨਹੀਂ ਮੰਨਿਆ, ਸਿੱਧੇ ਤੌਰ ਤੇ ਫਾਇਦਾ ਤੁਹਾਨੂੰ ਹੋਊਗਾ ਨਾ ਦੂਜੀਆਂ ਪਾਰਟੀਆਂ? ਅੱਛਾ ਜੇ ਅਸੀਂ ਪ੍ਰੋਗਰਾਮ ਕਰਦੇ ਹਾਂ ਤਾਂ ਸਾਨੂੰ ਕਹਿ ਕੇ ਕੀ ਸਰ ਜੂਗਾ? ਨਹੀਂ ਤੁਸੀਂ ਦੋਖੀ ਕੋ ਹੋਣਾ ਠੀਕ ਸਮਝਦੇ ਹੋ ਫਿਰ? ਮੈਂ ਕਹਿੰਦਾ ਮੈਂ ਜੀ ਤੁਹਾਨੂੰ ਗੱਲ ਪੁੱਛਦਾ, ਜੇ ਸਪੋਜ਼ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਫਿਰ ਸਾਨੂੰ ਕੀ ਕਿਹਾ ਜਾਊਗਾ ਕਿ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਹੈਗੀ? ਤੇ ਭਾਈ ਸਾਹਿਬ ਅਸੀਂ ਮੰਨ ਕੇ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਕਿ ਮਾੜੇ ਨੂੰ ਤਾਂ ਦੱਬ ਲਓ, ਕਮਜ਼ੋਰ ਨੂੰ ਤਾਂ ਦੱਬ ਲਓ, ਉਹਦਾ ਤਾਂ ਸਾਹ ਘੁੱਟ ਦਿਓ, ਤੇ ਜਿਹੜਾ ਤਕੜਾ ਹੈ ਉਹਦਾ ਕੁਝ ਕਰ ਨਾ ਸਕੋ, ਉਹਨੂੰ ਰੋਕ ਨਾ ਸਕੋ। ਇਹ ਗੱਲ ਜਾਇਜ਼ ਹੈ? ਇਹ ਪੰਜਾਬੀ ਕਲਚਰ ਨਹੀਂ ਹੈਗਾ। ਇਹ ਜੇ ਪੰਜਾਬੀ ਜਿੱਥੇ ਸਿੰਘ ਫਸਾਉਂਦੇ ਹੁੰਦੇ ਨੇ ਉੱਥੇ ਤਗੜੇ ਨਾਲ ਹੀ ਫਸਦੇ ਹੁੰਦੇ ਨੇ, ਮਾੜੇ ਨਾਲ। ਅਸੀਂ ਤਾਂ ਕਹਿੰਦੇ ਭਾਈ ਅਸੀਂ ਤੁਹਾਡੇ ਨਾਲ ਖੜੇ ਸੀ, ਨਾਲ ਖੜੇ ਹਾਂ ਤੇ ਨਾਲ ਹੀ ਖੜੇ ਰਹਾਂਗੇ, ਠੀਕ ਹੈ ਨਾ। ਪਰ ਅਸੀਂ ਇਹ ਥੋੜ੍ਹਾ ਕਹਿੰਦੇ ਕਿ ਸਾਨੂੰ ਕੋਈ ਐਡੀਸ਼ਨਲ ਐਡਵਾਂਟੇਜ ਮਿਲੇ। ਅਸੀਂ ਤਾਂ ਕਹਿੰਦੇ ਸਾਨੂੰ ਪੰਜਾਬ ਸਰਕਾਰ ਦੇ ਬਰਾਬਰ ਦਾ ਪਲੇਟਫਾਰਮ ਹੈ ਜਿਹੜਾ ਉਹ ਦੇ ਦਿਓ। ਇਹ 'ਚ ਗਲਤ ਕੀ ਹੈ? ਠੀਕ ਹੈ ਅਰੋੜਾ ਸਾਹਿਬ। ਤਾਂ ਸਿੱਧੇ ਤੌਰ ਤੇ ਅਮਨ ਅਰੋੜਾ ਹੋਰਾਂ ਦਾ ਕਹਿਣਾ ਔਰ ਇਤਰਾਜ਼ ਇਸ ਗੱਲ ਦਾ ਹੈ ਕਿ ਤੁਸੀਂ ਬਾਕੀਆਂ ਨੂੰ ਰੈਲੀਆਂ ਕਰਨ ਤੋਂ ਰੋਕੋ, ਭਾਵੇਂ ਕੋਈ ਜ਼ਬਰਦਸਤੀ ਕਰ ਰਿਹਾ, ਤੁਹਾਡਾ ਕਹਿਣਾ ਨਹੀਂ ਮੰਨ ਰਿਹਾ ਤਾਂ ਉਹਨੂੰ ਇਕੱਲੇ ਦੋਖੀ ਕਹਿ ਕੇ ਜਾਂ ਇੱਕ ਬਿਆਨ ਦੇ ਦੇਣ ਨਾਲ ਕੁਛ ਨਹੀਂ ਬਣਨਾ। ਇਹ ਸਾਰਿਆਂ ਨੂੰ ਜੇ ਤੁਸੀਂ ਬਰਾਬਰ ਰੱਖੋਗੇ ਤਾਂ ਹੀ ਬਿਹਤਰ ਹੋਏਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ, ਚੰਡੀਗੜ੍ਹ।